बेटा ਜਿਹੜਾ ਆਪਣੇ ਕੋਲੇ ਤੀਸਰਾ ਚੈਪਟਰ ਚੱਲਦਾ ਪਿਆ ਹੈਗਾ ਮੈਥ ਦੀ ਸੀਰੀਜ਼ ਦਾ, ਆਪਾਂ ਤੀਸਰਾ ਚੈਪਟਰ ਕਰਦੇ ਪਏ ਆ। ਉਹਦੀ ਐਕਸਰਸਾਈਜ਼ ਆਪਾਂ 3.4 ਦੀ ਆਪਾਂ ਅੱਜ ਗੱਲ ਕਰਦੇ ਹੈਗੇ ਆ, ਠੀਕ ਹੈ। ਔਰ ਇਸ ਦੇ ਵਿੱਚ ਜਿਹੜਾ ਤੁਸੀਂ ਇੱਕ ਬੜਾ ਖਾਸ ਧਿਆਨ ਰੱਖਣਾ ਕਿ ਜਿਹੜਾ ਆਪਾਂ ਚੈਪਟਰ ਕਰਾਂਗੇ ਇਹਦੇ ਵਿੱਚ ਇੱਕ ਸਮ ਨੂੰ ਕਈ ਮੈਥਡ ਦੇ ਨਾਲ ਆਪਾਂ ਸੋਲਵ ਕਰਦੇ ਹੈਗੇ ਆ। ਔਰ ਜਿਹੜਾ ਤੁਹਾਨੂੰ ਮੈਥਡ ਪੁੱਛਿਆ ਗਿਆ ਆਪਾਂ ਸੇਮ ਮੈਥਡ ਆਪਾਂ ਯੂਜ਼ ਕਰਨਾ, ਉਹੀ ਮੈਥਡ ਆਪਾਂ ਯੂਜ਼ ਕਰਕੇ ਆਪਾਂ ਉਹ ਸਮ ਨੂੰ ਸੋਲਵ ਕਰਨਾ, ਠੀਕ ਹੈ ਜੀ। ਹੁਣ ਜੇ ਪਿਛਲੀ ਇਸ ਤੋਂ ਐਕਸਰਸਾਈਜ਼ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਸਬਸਟੀਟਿਊਸ਼ਨ ਮੈਥਡ ਸੀਗਾ, ਪ੍ਰਤੀਸਥਾਪਨ ਜਿਹੜਾ ਵਿਧੀ ਸੀ ਉਹਦੇ ਰਾਹੀਂ ਆਪਾਂ ਹੱਲ ਕੀਤਾ ਸੀ। ਔਰ ਇਸ ਵਿੱਚ ਕੀ ਆ, ਉਹਦੇ ਨਾਲ ਇੱਕ ਜਿਹੜਾ ਮੈਥਡ ਹੋਰ ਆ ਨਵਾਂ, ਉਹ ਆਪਣੇ ਕੋਲੇ ਐਡ ਕਰ ਦਿੱਤਾ ਗਿਆ। ਆਪਾਂ ਉਹ ਮੈਥਡ ਵੀ ਆਪਾਂ ਯੂਜ਼ ਕਰਕੇ ਆਪਾਂ ਜਿਹੜਾ ਹੈਗਾ ਸਮ ਨੂੰ ਆਪਾਂ ਸੋਲਵ ਕਰਾਂਗੇ। ਹੁਣ ਪਹਿਲਾਂ ਸਟੇਟਮੈਂਟ ਨੂੰ ਆਪਾਂ ਧਿਆਨ ਨਾਲ ਪੜ੍ਹਦੇ ਹਾਂ, ਫਿਰ ਆਪਾਂ ਸਮ ਨੂੰ ਆਪਾਂ ਸੋਲਵ ਕਰਾਂਗੇ। ਇਹ ਸਮ ਦੇਖਣ ਦੇ ਵਿੱਚ ਥੋੜ੍ਹੇ ਜਿਹੇ ਲੰਬੇ ਲੱਗਦੇ ਆ, ਬਟ ਜੇ ਆਪਾਂ ਇਹਨੂੰ ਡੀਪਲੀ ਦੇਖਿਆ ਜਾਵੇ ਤਾਂ ਸਮ ਬਹੁਤ ਹੀ ਈਜ਼ੀ ਹੈਗੇ ਆ, ਬੜੇ ਸੌਖੇ ਤਰੀਕੇ ਦੇ ਨਾਲ ਆਪਾਂ ਕਰ ਸਕਦੇ ਹੈਗੇ ਆ, ਠੀਕ ਹੈ ਜੀ। ਆਓ ਆਪਾਂ ਇਹਨੂੰ ਪਹਿਲਾਂ ਆਪਾਂ ਸਮ ਦੀ ਜਿਹੜੀ ਸਟੇਟਮੈਂਟ ਨੂੰ ਆਪਾਂ ਜਿਹੜੀ ਹੈਗੀ ਉਹ ਬੜੇ ਧਿਆਨ ਨਾਲ ਪੜ੍ਹੀਏ। ਔਰ ਸਟੇਟਮੈਂਟ ਪੜ੍ਹਨ ਤੋਂ ਬਾਅਦ ਹੀ ਆਪਾਂ ਸਮ ਨੂੰ ਸੋਲਵ ਕਰਨ ਵਾਲੇ ਪਾਸੇ ਨੂੰ ਆਪਾਂ ਅੱਗੇ ਨੂੰ ਆਵਾਂਗੇ, ਠੀਕ ਹੈ। ਦੇਖੋ ਪਹਿਲਾਂ ਧਿਆਨ ਨਾਲ, ਠੀਕ ਹੈ। ਸਮੀਕਰਨ ਜੋੜਿਆਂ ਨੂੰ ਵਿਲੋਪਨ ਵਿਧੀ ਅਤੇ ਪ੍ਰਤੀਸਥਾਪਨ ਵਿਧੀ ਰਾਹੀਂ ਹੱਲ ਕਰੋ। ਆਪਾਂ ਪ੍ਰਤੀਸਥਾਪਨ ਵਿਧੀ ਜਿਹੜੀ ਹੈਗੀ ਆ ਉਹ ਪਹਿਲੇ ਪਿਛਲੀ ਜਿਹੜੀ ਐਕਸਰਸਾਈਜ਼ ਕੀਤੀ ਆ ਉਹਦੇ ਵਿੱਚ ਵੀ ਆਪਾਂ ਕਰਕੇ ਆਏ ਆ, ਤਾਂ ਇਹਦੇ ਵਿੱਚ ਇੱਕ ਨਵੀਂ ਵਿਲੋਪਨ ਵਿਧੀ ਆਪਾਂ ਨੂੰ ਐਡ ਕਰ ਦਿੱਤੀ। ਔਰ ਇੰਗਲਿਸ਼ ਵਿੱਚ ਕੀ ਕਿਹਾ, ਸੋਲਵ ਦੀ ਪੇਅਰ ਆਫ ਲੀਨੀਅਰ ਇਕੁਏਸ਼ਨ ਬਾਈ ਦੀ ਐਲੀਮੀਨੇਸ਼ਨ ਮੈਥਡ ਐਂਡ ਸਬਸਟੀਟਿਊਸ਼ਨ ਮੈਥਡ। ਜਿਹੜਾ ਪ੍ਰਤੀਸਥਾਪਨ ਵਿਧੀ ਆ, ਸਬਸਟੀਟਿਊਸ਼ਨ ਮੈਥਡ ਆ, ਉਹ ਇੱਕ ਚੀਜ਼ ਹੀ ਸੀ ਆਪਣੇ ਕੋਲੇ। ਹੁਣ ਐਲੀਮੀਨੇਸ਼ਨ ਮੈਥਡ ਜਿਹੜਾ ਆਪਾਂ ਕਰਾਂਗੇ। ਤਾਂ ਸੇਮ ਆਪਣੇ ਕੋਲੇ ਉਸੇ ਤਰੀਕੇ ਨਾਲ ਜਿਵੇਂ ਆਪਾਂ ਪਹਿਲਿਆਂ ਵਿੱਚ ਆਪਾਂ ਨੂੰ ਸਮੀਕਰਨਾਂ ਦੋ ਦਿੱਤੀਆਂ ਗਈਆਂ ਜਿਹਨੂੰ ਆਪਾਂ ਇਕੁਏਸ਼ਨਸ ਵੀ ਬੋਲਦੇ ਆ, ਉਸੇ ਤਰੀਕੇ ਨਾਲ ਆਪਣੇ ਕੋਲੇ ਦੋ ਇਕੁਏਸ਼ਨਸ ਆਪਣੇ ਕੋਲੇ ਦਿੱਤੀਆਂ ਹੋਣਗੀਆਂ, ਦੋ ਸਮੀਕਰਨ ਆਪਾਂ ਨੂੰ ਦਿੱਤੀਆਂ ਹੋਣਗੀਆਂ, ਉਸ ਨੂੰ ਆਪਾਂ ਸੋਲਵ ਕਰਾਂਗੇ। ਆਪਾਂ ਦੇਖੋ ਧਿਆਨ ਨਾਲ, ਮੈਂ ਇਹਨੂੰ ਪਹਿਲਾਂ ਹੀ ਆਲਰੇਡੀ ਇਹਨੂੰ ਇਕੁਏਸ਼ਨ ਨੰਬਰ 1 ਸਮੀਕਰਨ ਨੰਬਰ 1 ਸਮੀਕਰਨ ਨੰਬਰ 2 ਆਲਰੇਡੀ ਲਿਖ ਲਿਆ। ਹੁਣ ਆਪਾਂ ਧਿਆਨ ਨਾਲ ਦੇਖਣਾ, ਆਪਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੈਥਡ ਲਾਵਾਂਗੇ ਆਪਾਂ ਉਹ ਲਾਵਾਂਗੇ ਵਿਲੋਪਨ। ਆਪਾਂ ਵਿਲੋਪਨ ਵਿਧੀ ਰਾਹੀਂ ਕਰਾਂਗੇ। ਔਰ ਦੋਵਾਂ ਦੇ ਆਪਾਂ ਜਦੋਂ ਆਪਾਂ ਹੱਲ ਕੱਢਾਂਗੇ ਨਾ ਉਹ ਇੱਕੋ ਜਿਹੇ ਆਨਸਰ ਆਉਣਗੇ ਆਪਣੇ ਕੋਲੇ। ਐਲੀਮੀਨੇਸ਼ਨ ਮੈਥਡ, ਠੀਕ ਹੈ। ਦੋਵਾਂ ਦੇ ਆਪਣੇ ਕੋਲੇ ਜਿਹੜਾ ਆਪਾਂ ਵਿਲੋਪਨ ਵਿਧੀ ਇੱਧਰ ਕੱਢ ਲਾਂਗੇ, ਇਧਰਲੇ ਪਾਸੇ ਆਪਾਂ ਸਬਸਟੀਟਿਊਸ਼ਨ ਮੈਥਡ ਕੱਢ ਲਾਂਗੇ, ਦੋਵਾਂ ਦੇ ਆਨਸਰ ਦੇਖਾਂਗੇ, ਸੇਮ ਆਪਣੇ ਕੋਲੇ ਆਨਸਰ ਆਉਣਗੇ। ਤਾਂ ਪਹਿਲਾਂ ਆਪਣੇ ਕੋਲੇ ਆਪਾਂ ਧਿਆਨ ਨਾਲ ਦੇਖੀਏ, ਜਦੋਂ ਵਿਲੋਪਨ ਵਿਧੀ ਦਾ ਐਲੀਮੀਨੇਸ਼ਨ ਮੈਥਡ ਕਰਨਾ ਆਪਾਂ, ਤਾਂ ਆਪਾਂ ਦੇਖਣਾ ਵੀ ਜਿਹੜੀ ਪਹਿਲੀ ਆਪਣੇ ਕੋਲੇ ਇਕੁਏਸ਼ਨ ਆ ਉਹਦੇ ਵਿੱਚ x ਦਾ ਕੋਐਫੀਸ਼ੀਐਂਟ ਕਿੰਨਾ, ਇੱਥੇ 1 ਹੈਗਾ ਆਪਣੇ ਕੋਲੇ, ਠੀਕ ਹੈ। ਔਰ ਥੱਲੇ ਵਾਲੀ ਵਿੱਚ ਕਿੰਨਾ ਹੈਗਾ ਆਪਣੇ ਕੋਲੇ, 2 ਹੈਗਾ। ਆਪਾਂ ਦੋਵਾਂ ਦੇ ਕੋਐਫੀਸ਼ੀਐਂਟ ਜਿਹੜੇ ਹੈਗੇ ਬਰਾਬਰ ਕਰਨੇ ਆ, ਤਾਂ ਇੱਕ ਨੂੰ ਕਿੰਨੇ ਨਾਲ ਮਲਟੀਪਲਾਈ ਕੀਤਾ ਜਾਵੇ, 2 ਆ ਜਾਏ, ਤਾਂ 2 ਦੇ ਨਾਲ ਆਪਾਂ ਥੱਲੇ ਵਾਲਾ ਜਿਹੜਾ ਕੋਐਫੀਸ਼ੀਐਂਟ ਆ ਉਹਦੇ ਨਾਲ ਆਪਾਂ ਮਲਟੀਪਲਾਈ ਕਰ ਦੇਣੀ ਆ। ਲਿਖਣਾ ਕਿਵੇਂ ਆ, ਆਪਾਂ ਲਿਖਦੇ ਆ ਮਲਟੀਪਲਾਈ ਇਕੁਏਸ਼ਨ 1/2, 2 ਦਾ ਮਤਲਬ 2 ਇਕੁਏਸ਼ਨ ਨੰਬਰ 2 ਨਹੀਂ, ਓਨਲੀ ਫॉर दिस 2 ਐਂਡ ਇਕੁਏਸ਼ਨ 2/1, 1 ਦਾ ਮਤਲਬ ਜਿਹੜਾ ਇਹਦੇ ਅੱਗੇ ਕੋਐਫੀਸ਼ੀਐਂਟ ਲੱਗਾ 1 ਐਂਡ ਸਬਟ੍ਰੈਕਸ਼ਨ ਘਟਾਉਣ ਤੇ। ਜੇਕਰ ਦੋਵਾਂ ਦੇ ਸਾਈਨ ਸੇਮ ਆ, ਦੋਵਾਂ ਦੇ ਸਾਈਨ ਕੀ ਆ, ਨਿਸ਼ਾਨ ਮੂਰਲੇ ਸਾਈਨ ਸੇਮ ਆ, ਤਾਂ ਆਪਾਂ ਇਹਨਾਂ ਨੂੰ ਮਾਈਨਸ ਕਰਦੇ ਹੁੰਦੇ ਆ। ਆਪਾਂ ਇਹ ਗੱਲ ਨੂੰ ਯਾਦ ਰੱਖਣਾ, ਜੇਕਰ ਆਪੋਜ਼ਿਟ ਸਾਈਨ ਹੋਣਗੇ, ਇੱਕ ਪਲੱਸ ਦਾ ਹੋਵੇ ਇੱਕ ਮਾਈਨਸ ਦਾ ਹੋਵੇ, ਫਿਰ ਆਪਾਂ ਕੀ ਕਰਦੇ ਹੁੰਦੇ, ਇਹਨੂੰ ਆਪਾਂ ਪਲੱਸ ਕਰਦੇ ਹੁੰਦੇ ਆ ਆਪਾਂ, ਠੀਕ ਹੈ। ਔਰ ਪੰਜਾਬੀ 'ਚ ਕੀ ਲਿਖਾਂਗੇ ਆਪਾਂ, ਸਮੀਕਰਨ 1 ਨੂੰ 2 ਨਾਲ ਗੁਣਾ ਕਰਨ ਅਤੇ 2 ਨੂੰ 1 ਨਾਲ ਗੁਣਾ ਕਰਨ ਅਤੇ ਘਟਾਉਣ ਤੇ ਇਹ ਆਪਾਂ ਲਿਖਾਂਗੇ ਆਪਾਂ, ਠੀਕ ਹੈ ਜੀ। ਆਪਾਂ 2 ਨਾਲ ਮਲਟੀਪਲਾਈ ਕੀਤੀ ਤਾਂ 2x ਬਣ ਗਿਆ, ਪਲੱਸ 2 ਨੂੰ y ਨਾਲ ਮਲਟੀਪਲਾਈ ਕੀਤਾ 2y ਬਣ ਗਿਆ, 2 ਨੂੰ ਆਪਾਂ 5 ਨਾਲ ਮਲਟੀਪਲਾਈ ਕੀਤਾ 5 2 ਦਾ 10, ਇੱਥੇ ਭਾਵੇਂ ਕ੍ਰਾਸ ਕਰਕੇ 2 ਪਾ ਲਓ, ਕ੍ਰਾਸ ਕਰਕੇ 1 ਪਾ ਲਓ, ਇਹ ਆਪਾਂ ਉਹਦੇ ਮਾਈਂਡ 'ਚ ਪਾਉਣੇ ਆ, ਠੀਕ ਆ। ਆਪਾਂ ਪੇਪਰ ਦੇ ਵਿੱਚ ਲਿਖਣਾ ਨਹੀਂ, ਜਾਂ ਇਹਨੂੰ ਰਫਲੀ ਜਿਹਾ ਕਰਕੇ ਲਿਖ ਲਓ, ਬਾਅਦ 'ਚ ਇਹਨੂੰ ਆਪਾਂ ਰੇਸ ਕਰ ਦੇਣਾ ਆਪਾਂ ਫਾਈਨਲ ਜਦੋਂ ਹੋ ਗਿਆ ਆਪਣੇ ਕੋਲੇ, ਠੀਕ ਹੈ। ਫਿਰ 1 ਨਾਲ ਮਲਟੀਪਲਾਈ ਕੀਤੀ ਤਾਂ 2x ਮਾਈਨਸ 3y ਇਜ਼ ਇਕੁਅਲ ਟੂ 4 4 ਦੇ। ਤਾਂ ਮੈਂ ਤੁਹਾਨੂੰ ਨਾਲ ਕਿਹਾ ਵੀ ਅਤੇ ਘਟਾਉਣ ਤੇ
ਜਦੋਂ ਆਪਾਂ ਕਦੇ ਵੀ ਮਾਈਨਸ ਕਰਦੇ ਹਾਂ ਤਾਂ ਸਾਈਨ ਹਮੇਸ਼ਾ ਬਦਲ ਜਾਂਦੇ ਆ, ਜਿਹੜਾ ਪਲੱਸ ਵਾਲਾ ਉਹ ਮਾਈਨਸ ਦਾ, ਮਾਈਨਸ ਵਾਲਾ ਕੀ ਹੋ ਜਾਂਦਾ ਪਲੱਸ ਦਾ ਹੋ ਜਾਂਦਾ। ਤਾਂ ਇਹ ਬਣ ਗਿਆ ਮਾਈਨਸ ਦਾ, ਇਹ ਬਣ ਗਏ ਪਲੱਸ ਦੇ, ਬਣ ਗਏ ਮਾਈਨਸ ਦੇ। ਇਹ ਕੀ ਇੱਕ ਪਲੱਸ ਮਾਈਨਸ ਕ੍ਰਾਸ ਹੋ ਗਿਆ, ਕੱਟੇ ਗਏ। 2 ਤੇ 3 ਕਿੰਨੇ ਹੋ ਗਏ 5y ਇਸ ਨੂੰ 10 ਚੋਂ ਆਪਾਂ 4 ਮਾਈਨਸ ਕੀਤਾ ਤਾਂ ਆਪਣੇ ਕੋਲ ਕਿੰਨਾ ਰਹਿ ਗਿਆ 6 ਰਹਿ ਗਿਆ। ਤਾਂ y ਇਜ਼ ਇਕੁਅਲ ਟੂ 6/5। ਤਾਂ y ਦੀ ਕੀ ਆ ਗਈ ਵੈਲਿਊ ਆ ਗਈ ਆਪਣੇ ਕੋਲੇ। ਠੀਕ ਹੈ, ਇਹਨੂੰ ਹੁਣ ਅੱਗੇ ਜਿਹੜਾ ਕਰਨਾ ਹੈਗਾ, ਜਾਂ ਤਾਂ ਆਪਾਂ y ਦੀ ਵੈਲਿਊ ਇਕੁਏਸ਼ਨ ਨੰਬਰ 1 ਜਾਂ 2 ਦੇ ਵਿੱਚ ਆਪਾਂ ਪੁੱਟ ਅਪ ਕਰਾ ਦਈਏ ਤਾਂ ਵੀ ਆ ਜਾਣਾ, ਜਾਂ ਫਿਰ ਸੈਕੰਡਲੀ ਸੇਮ ਇਸੇ ਮੈਥਡ ਦੇ ਨਾਲ ਪਹਿਲਾਂ ਆਪਾਂ x ਦੇ ਕੋਐਫੀਸ਼ੀਐਂਟ ਇਕੁਅਲ ਕੀਤੇ ਸੀ, ਹੁਣ ਆਪਾਂ y ਦੇ ਕੋਐਫੀਸ਼ੀਐਂਟ ਵੀ ਇਕੁਅਲ ਕਰਕੇ ਆਪਾਂ ਅੱਗੇ ਫਾਈਂਡ ਆਊਟ ਕਰ ਸਕਦੇ ਹਾਂ। ਤਾਂ ਮੈਂ ਤੁਹਾਨੂੰ ਪਹਿਲਾਂ y ਦੇ ਕੋਐਫੀਸ਼ੀਐਂਟ ਇਕੁਅਲ ਕਰਕੇ ਆਪਾਂ ਫਾਈਂਡ ਆਊਟ ਆਪਾਂ ਕਰਵਾਉਨੇ ਆ। ਠੀਕ ਹੈ, ਹੁਣ ਆਪਾਂ ਇਸ ਚੀਜ਼ ਨੂੰ ਆਪਾਂ ਅਰੇਜ਼ ਕਰ ਦੇਣਾ, ਇੱਥੋਂ ਆਪਾਂ ਇਹਨੂੰ ਕੀ ਕਰ ਦੇਣਾ ਆਪਾਂ ਅਰੇਜ਼ ਕਰ ਦੇਣਾ ਆਪਾਂ। ਹੁਣ ਆਪਾਂ ਦੇਖਣਾ ਧਿਆਨ ਦੇ ਨਾਲ, ਜਿਹੜੀ ਇਕੁਏਸ਼ਨ ਨੰਬਰ ਦੁਆਰਾ ਫਿਰ y ਦਾ ਕੋਐਫੀਸ਼ੀਐਂਟ ਕਿੰਨਾ ਇੱਥੇ 1, ਇੱਥੇ ਕੋਐਫੀਸ਼ੀਐਂਟ ਕਿੰਨਾ ਆਪਣੇ ਕੋਲੇ ਹੈਗਾ 3 ਹੈਗਾ। ਤਾਂ ਆਪਾਂ ਜਿਹੜਾ ਹੈਗਾ 1 ਨੂੰ ਆਪਾਂ 3 ਦੇ ਨਾਲ ਤੇ 2 ਨੂੰ ਆਪਾਂ 1 ਦੇ ਨਾਲ ਮਲਟੀਪਲਾਈ ਕਰਾਂਗੇ। ਠੀਕ ਹੈ, ਇਸ ਤਰੀਕੇ ਨਾਲ ਆਪਾਂ ਲਿਖ ਲੈਣਾ। ਫਿਰ ਆਪਾਂ ਲਿਖਾਂਗੇ ਮਲਟੀਪਲਾਈ ਇਕੁਏਸ਼ਨ 1/3 and equation 2/1 and ਹੁਣ ਤੁਹਾਨੂੰ ਅੱਗੇ ਆਪਾਂ ਕਿਹਾ ਸਬਟਰੈਕਟ, ਅੱਗੇ ਆਪਾਂ ਕਿਹਾ ਸਬਟਰੈਕਟ ਮਾਈਨਸ ਕਰਦੇ ਹਾਂ। ਹੁਣ ਦੇਖੋ ਇਹ ਪਲੱਸ ਦਾ ਐਂਡ ਆ ਕੀ ਹੈਗਾ ਆਪਣੇ ਕੋਲੇ ਮਾਈਨਸ ਦਾ, ਤਾਂ ਦੋਨੋਂ ਸਾਈਨ ਕੀ ਆ ਆਪੋਜ਼ਿਟ ਸਾਈਨ ਹੈਗੇ ਆ। ਐਂਡ ਐਡ ਲਿਖ ਦੋ ਜਾਂ ਐਡੀਸ਼ਨ ਲਿਖ ਦੋ, ਇਹ ਤੁਹਾਡੇ ਤੇ ਡਿਪੈਂਡ ਕਰਦਾ, ਤੁਸੀਂ ਐਂਡ ਐਡਿੰਗ ਲਿਖ ਦੋ। ਠੀਕ ਹੈ, ਐਂਡ ਐਡਿੰਗ ਜਾਂ ਐਡੀਸ਼ਨ ਲਿਖ ਦੋ, ਇੱਕੋ ਗੱਲ ਹੀ ਹੈਗੀ, ਜੋ ਮਰਜ਼ੀ ਤੁਸੀਂ ਲਿਖ ਸਕਦੇ ਹੋ। ਸਿੰਪਲ ਤੋਂ ਸਿੰਪਲ ਲੈਂਗੁਏਜ ਦਾ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਬਹੁਤ ਹੀ ਵਧੀਆ ਰਵਾਂਗੇ। ਆਪਾਂ ਲਿਖਦੇ ਹਾਂ ਸਮੀਕਰਨ ਪੰਜਾਬੀ 'ਚ 1 ਨੂੰ 3 ਨਾਲ ਅਤੇ 2 ਨੂੰ 1 ਨਾਲ ਗੁਣਾ ਕਰਨ ਅਤੇ ਜੋੜਨ ਤੇ ਠੀਕ ਹੈ, ਫਿਰ ਆਪਾਂ ਇਹਨੂੰ ਜੋੜ ਦਿੰਦੇ ਆ। ਆਪਾਂ 3 ਨਾਲ ਮਲਟੀਪਲਾਈ ਕੀਤੀ, ਪਹਿਲਾਂ x ਨੂੰ 3x ਬਣ ਗਿਆ, ਫਿਰ ਆਪਾਂ 3 ਨੂੰ ਆਪਾਂ y ਨਾਲ ਮਲਟੀਪਲਾਈ ਕੀਤਾ 3y ਬਣ ਗਿਆ, ਤੇ ਫਿਰ 3 ਨੂੰ ਆਪਾਂ 5 ਨਾਲ ਮਲਟੀਪਲਾਈ ਕੀਤਾ ਤਾਂ 15 ਬਣ ਗਿਆ ਆਪਣੇ ਕੋਲੇ। ਫਿਰ 1 ਨਾਲ ਮਲਟੀਪਲਾਈ ਕੀਤਾ ਸਾਰਾ ਸੇਮ ਐਜ ਇਟਸ 2x minus 3y is equal to 4। ਹੁਣ ਮੈਂ ਤੁਹਾਨੂੰ ਕਿਹਾ ਸੀ ਜੋੜਨ ਤੇ ਐਡ ਕਰਨ ਤੇ, ਠੀਕ ਹੈ, ਐਡ ਕਰਨ ਲੱਗੇ ਕੋਈ ਸਾਈਨ ਨਹੀਂ ਬਦਲਣਾ। ਤੁਸੀਂ ਇਹ ਦੇਖੋ ਇੱਕ ਪਲੱਸ ਇੱਕ ਮਾਈਨਸ ਇਹ ਕੈਂਸਲ ਹੋ ਗਿਆ ਆਪਣੇ ਕੋਲੇ। ਠੀਕ ਹੈ, 3 ਤੇ 2 ਕਿੰਨੇ ਹੋ ਗਏ 5x। ਠੀਕ ਹੈ, is equal to 4 ਤੇ 15 ਤੇ 4 ਕਿੰਨੇ ਹੋ ਗਏ 19। x is equal to 19/5 ਆਪਣੇ ਕੋਲੇ ਆ ਗਿਆ। ਤਾਂ ਇਹ ਜਿਹੜਾ ਹੈਗਾ ਪਹਿਲੇ ਮੈਥਡ ਦੇ ਨਾਲ ਜਿਹੜਾ ਹੈਗਾ ਆਪਾਂ ਇਹਨੂੰ ਸਮ ਨੂੰ ਆਪਾਂ ਸੋਲਵ ਕਰ ਲਿਆ ਹੈਗਾ। ਠੀਕ ਹੈ, ਜਿਹਦੇ ਵਿੱਚ ਆਪਣੇ ਕੋਲੇ y ਦੀ ਵੈਲਿਊ 6/5 ਐਂਡ x ਦੀ ਵੈਲਿਊ 19/5 ਆਪਣੇ ਕੋਲੇ ਵੈਲਿਊ ਆਪਣੇ ਕੋਲੇ ਆਲਰੇਡੀ ਆ ਗਈ ਹੈਗੀ ਆ। ਠੀਕ ਹੈ, ਹੁਣ ਆਪਾਂ ਜਿਹੜਾ ਦੂਸਰਾ ਮੈਥਡ ਹੈਗਾ ਉਹ ਇਹਦੇ ਨਾਲ ਆਪਾਂ ਅਟੈਚ ਕਰਾਂਗੇ। ਆਪਾਂ ਦੂਸਰੇ ਮੈਥਡ ਦੇ ਨਾਲ ਵੀ ਆਪਾਂ ਸਮ ਕਰਕੇ ਦੇਖਾਂਗੇ। ਔਰ ਤੁਸੀਂ ਧਿਆਨ ਰੱਖਿਓ ਕਿ ਜਿਹੜੇ ਤਰੀਕੇ ਦੇ ਨਾਲ ਜਿਹੜਾ ਆਪਾਂ ਪਹਿਲਾ ਮੈਥਡ ਦੇ ਨਾਲ ਆਪਾਂ x ਐਂਡ y ਦੀ ਵੈਲਿਊ ਆਪਾਂ ਫਾਈਂਡ ਆਊਟ ਕੀਤੀ ਆ, ਕਿ ਦੂਜੇ ਮੈਥਡ ਦੇ ਨਾਲ ਵੀ ਸੇਮ ਆਪਣੇ ਕੋਲ ਇਸੇ ਤਰੀਕੇ ਦੇ ਨਾਲ ਆਉਂਦਾ ਔਰ ਆਉਣਾ ਵੀ ਚਾਹੀਦਾ ਹੈਗਾ, ਕਿਉਂਕਿ ਸਮ ਇੱਕ ਹੈਗਾ, ਉਹਨੂੰ ਜਿਹੜੇ ਮਰਜ਼ੀ ਮੈਥਡ ਦੇ ਨਾਲ ਆਪਾਂ ਕਰੀਏ ਉਹਦਾ ਆਨਸਰ ਸੇਮ ਹੀ ਆਏਗਾ ਆਪਣੇ ਕੋਲੇ। ਠੀਕ ਹੈ, ਤਾਂ ਇਹਦੇ ਨਾਲ ਜਿਹੜਾ ਹੈਗਾ ਆਪਾਂ ਹੁਣ ਦੂਸਰਾ ਮੈਥਡ ਜਿਹੜਾ ਆਪਾਂ ਨੂੰ ਕੀ ਆਲਰੇਡੀ ਕਿਹਾ ਸੀਗਾ, ਆਪਾਂ ਨੂੰ ਸਬਸਟੀਟਿਊਸ਼ਨ ਮੈਥਡ ਜਿਹੜਾ ਆਪਾਂ ਨੂੰ ਕਿਹਾ ਗਿਆ, ਆਪਾਂ ਉਹ ਸਮ ਜਿਹੜਾ ਹੈਗਾ ਆਪਾਂ ਇੱਥੇ ਆਪਾਂ ਕਰਦੇ ਹੈਗੇ ਆਪਾਂ ਨਾਲ ਆਪਾਂ। ਠੀਕ ਹੈ ਦੋਸਤੋ, ਆਪਾਂ ਹੁਣ ਜਿਹੜਾ ਇਹ ਸਮ ਆਪਾਂ ਕਰਦੇ ਪਏ ਹੈਗੇ ਆ। ਠੀਕ ਹੈ, ਇਹਦੇ ਵਿੱਚ ਆਪਾਂ ਜਿਹੜਾ ਪਹਿਲਾ ਮੈਥਡ ਸੀਗਾ ਆਪਣੇ ਕੋਲੇ ਐਲੀਮੀਨੇਸ਼ਨ ਮੈਥਡ ਸੀਗਾ, ਅਵਲੋਕਨ ਵਿਧੀ, ਉਹਦੇ ਰਾਹੀਂ ਆਪਾਂ ਸਮ ਨੂੰ ਸੋਲਵ ਕਰ ਲਿਆ। ਹੁਣ ਆਪਾਂ ਦੂਜਾ ਮੈਥਡ ਜਿਹੜਾ ਹੈਗਾ ਆਪਣੇ ਕੋਲੇ ਸਬਸਟੀਟਿਊਸ਼ਨ ਮੈਥਡ ਆ। ਠੀਕ ਆ, ਜਿਹਨੂੰ ਪ੍ਰਤੀਸਥਾਪਨ ਮੈਥਡ ਵੀ ਕਹਿੰਦੇ ਆ, ਆਪਾਂ ਵਿਧੀ ਕਹਿੰਦੇ ਆ, ਆਪਾਂ ਉਹਦੇ ਰਾਹੀਂ ਆਪਾਂ ਸਵਾਲ ਨੂੰ ਆਪਾਂ ਹੁਣ ਹੱਲ ਕਰਨਾ। ਔਰ ਤੁਸੀਂ ਪਹਿਲੇ ਆਨਸਰ ਤੇ ਦੂਸਰੇ ਆਨਸਰ ਆਪਾਂ ਦੋਨੋਂ ਮੈਚ ਕਰਕੇ ਦੇਖਣੇ ਆ, ਦੋਵਾਂ ਦੇ ਆਨਸਰ ਬਰਾਬਰ ਆਉਣਗੇ ਆਪਣੇ ਕੋਲੇ। ਠੀਕ ਹੈ ਜੀ, ਤੇ ਚਲੋ ਆ ਜਾਓ ਆਪਾਂ ਇਹ ਆਪਣੇ ਕੋਲੇ ਉਸੇ ਤਰੀਕੇ ਨਾਲ x + y = 5 ਦੇ ਮਤਲਬ ਇਹਨੂੰ ਇਕੁਏਸ਼ਨ ਨੰਬਰ 1 ਸਮੀਕਰਨ ਨੰਬਰ 1 ਲਿਖ ਲਿਆ। 2x ਮਾਈਨਸ ਜਿਹੜਾ ਹੈਗਾ ਆਪਣੇ ਕੋਲੇ 3y ਬਰਾਬਰ ਹੈਗਾ 4 ਦੇ, ਨੂੰ ਸਮੀਕਰਨ ਨੰਬਰ ਆਪਾਂ 2 ਲਿਖ ਲਿਆ ਆਪਾਂ। ਠੀਕ ਹੈ, ਹੁਣ ਆਪਾਂ ਕਹਿੰਦੇ ਵੀ ਸਮੀਕਰਨ ਨੰਬਰ 1 ਤੋਂ ਫਰੋਮ
ਇਕੁਏਸ਼ਨ 1 ਕੀ ਹੈਗਾ ਆਪਣੇ ਕੋਲੇ x plus y is equal to 5 ਦੇ x plus 5 y ਬਰਾਬਰ ਹੈਗੇ 5 ਦੇ ਤਾਂ x ਦੀ ਵੈਲਿਊ ਕੀ ਆ ਗਈ 5 minus y ਆ ਗਈ ਆਪਣੇ ਕੋਲੇ ਠੀਕ ਹੈ ਜੀ ਇਹਦਾ ਨੰਬਰ ਪਾ ਲਓ 3 ਪਾ ਲਓ ਚਾਹੇ ਤੁਸੀਂ ਠੀਕ ਹੈ ਜੀ ਇਕੁਏਸ਼ਨ ਨੰਬਰ 1 2 ਐਂਡ ਇਕੁਏਸ਼ਨ ਨੰਬਰ ਆਪਣੇ ਕੋਲੇ 3 ਠੀਕ ਹੈ ਜੀ ਹੁਣ ਆਪਣੇ ਕੋਲੇ ਜਿਹੜੀ ਆਪਣੇ ਕੋਲੇ x ਦੀ ਵੈਲਿਊ ਆਪਾਂ ਇੱਥੇ ਫਾਈਂਡ ਆਊਟ ਕੀਤੀ ਆ ਉਹ ਆਪਾਂ ਕੀ ਚੋਂ ਕੀਤੀ ਆ ਇਕੁਏਸ਼ਨ ਨੰਬਰ 1 ਚੋਂ ਸਮੀਕਰਨ ਨੰਬਰ 1 ਚੋਂ ਆਪਾਂ ਪਤਾ ਕੀਤੀ ਆ ਉਹਨੂੰ ਆਪਾਂ 2 ਵਿੱਚ ਭਰ ਦੇਵਾਂਗੇ 2 ਵਿੱਚ ਆਪਾਂ ਵੈਲਿਊ ਪੁੱਟ ਕਰਾ ਦਾਂਗੇ ਆਪਾਂ ਕੀ ਲਿਖਾਂਗੇ ਪੁੱਟ ਦੀ ਵੈਲਿਊ ਆਫ x ਇਨ 2 ਸਮੀਕਰਨ 2 ਵਿੱਚ x ਦੀ ਕੀਮਤ ਭਰਨ ਤੇ 2 ਕੀ ਆਪਣੇ ਕੋਲੇ 2x minus 3y is equal to 4 ਜਿੱਥੇ x ਆ ਨਾ ਉੱਥੇ 5 minus y ਲਿਖਾਂਗੇ ਆਪਾਂ ਲਿਖਦੇ ਹਾਂ 2 x ਦੀ ਜਗ੍ਹਾ ਤੇ ਲਿਖਾਂਗੇ 5 minus y ਤੇ is equal to minus 3y is equal to ਕੀ ਦੇ ਆਪਣੇ ਕੋਲੇ 4 ਦੇ ਆਪਣੇ ਕੋਲੇ 2 ਨਾਲ ਮਲਟੀਪਲਾਈ ਹੁਣ ਗੁਣਾ ਕਰ ਦੋ ਅੰਦਰ 2 5 ਦਾ 10 5 ਦੂਣੀ 10 2 ਨੂੰ y ਨਾਲ ਕੀਤਾ 2y 2y ਲਿਖ ਲਿਆ minus 3y is equal to 4 ਦੇ ਹੁਣ ਆ ਦੇਖੋ ਦੋਵੇਂ ਸੇਮ ਵੈਰੀਏਬਲ ਆ ਦੋਨੋਂ ਕੀ ਆ y ਦੇ ਵਿੱਚ ਆ ਇਹ ਹੈਗਾ -2 ਇਹ ਹੈਗਾ -3 ਆਪਾਂ ਕਹਿੰਦੇ ਵੀ ਜਦੋਂ ਦੋਵਾਂ ਦੇ ਸਾਈਨ ਇੱਕੋ ਜਿਹੇ ਹੋਣ -2 ਐਂਡ -3 ਦੋਨੋਂ ਐਡ ਹੋ ਜਾਣਗੇ ਐਡ ਹੋਣ ਤੋਂ ਬਾਅਦ ਮੂਰੇ ਸਾਈਨ ਜਿਹੜਾ ਹੈਗਾ ਉਹਨਾਂ ਦਾ ਸੇਮ ਮਾਈਨਸ ਦਾ ਆ ਜਾਊਗਾ ਤਾਂ 2 ਤੇ 3 ਕਿੰਨੇ ਹੋ ਗਏ ਮਾਈਨਸ ਤੇ 5 4 ਆ 10 ਪਲੱਸ ਦੇ ਦੂਜੇ ਪਾਸੇ ਕਾਹਦੇ ਬਣ ਗਏ ਮਾਈਨਸ ਦੇ 10 ਮਾਈਨਸ ਦੇ ਬਣ ਗਏ -5 is equal to 10 ਚੋਂ 4 ਕਿਤੇ -6 ਤਾਂ y is equal to -6 over -5 ਤਾਂ ਮਾਈਨਸ ਨਾਲ ਮਾਈਨਸ ਕੱਟ ਦਿਓ ਤਾਂ ਕਿੰਨੇ ਰਹਿ ਗਏ 6 over 5 ਧਿਆਨ ਨਾਲ ਦੇਖੋ ਵੀ ਜਦੋਂ ਆਪਾਂ ਪਹਿਲਾਂ ਜਦੋਂ ਆਪਾਂ ਸਮ ਕੀਤਾ ਸੀ ਉਹਦੇ ਵਿੱਚ ਵੀ ਆਪਾਂ y ਦੀ ਵੈਲਿਊ ਫਾਈਂਡ ਆਊਟ ਕੀਤੀ ਸੀ ਨਾ ਤਾਂ ਉਹਦੇ ਚ y ਦੀ ਵੈਲਿਊ ਕਿੰਨੀ ਆਈ ਸੀ 6/5 ਆਪਣੇ ਕੋਲੇ ਆ ਗਈ ਸੀ ਤਾਂ ਸੇਮ ਪਹਿਲਾਂ ਆਪਣੇ ਕੋਲੇ ਆਨਸਰ ਜਿਹੜਾ ਹੈਗਾ ਉਹ ਮੈਚ ਕਰ ਗਿਆ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਆਪਾਂ ਜਿਹੜਾ ਮਰਜ਼ੀ ਮੈਥਡ ਲਾਈਏ ਠੀਕ ਹੈ ਜੀ ਉਹਦੇ ਵਿੱਚ ਕੀ ਆ ਆਨਸਰ ਜਿਹੜਾ ਹੈਗਾ ਉਹ ਸੇਮ ਉਹੀ ਆਏਗਾ ਆਪਣੇ ਕੋਲੇ ਠੀਕ ਹੈ ਹੁਣ ਆਪਾਂ ਕਹਿੰਦੇ ਵੀ y ਦੀ ਵੈਲਿਊ ਜਿਹੜੀ ਨਾ ਆਪਾਂ ਉਹ 3 ਚ ਪੁੱਟ ਕਰਾ ਦਈਏ ਆਪਾਂ ਕਹਿੰਦੇ ਪੁੱਟ ਦੀ ਵੈਲਿਊ of y in 3 ਸਮੀਕਰਨ 3 ਵਿੱਚ y ਦੀ ਕੀਮਤ ਭਰਨ ਤੇ y ਦੀ ਕੀਮਤ ਆਪਾਂ ਭਰਾਂਗੇ ਤਾਂ ਉਹ ਕੀ ਸੀ x is equal to 5 minus y ਤਾਂ x is equal to 5 minus 6/5 ਹੁਣ ਤੁਸੀਂ ਇਹ ਦੇਖੋ ਆਪਾਂ ਇੱਥੇ 5 ਤੇ 1 ਦਾ ਜਿਹੜਾ ਹੈਗਾ ਉਹ ਆਪਾਂ ਐਲਸੀਐਮ ਆਪਾਂ ਲੈ ਲਈਏ ਉਹ ਆਪਣੇ ਕੋਲੇ ਐਲਸੀਐਮ ਕਿੰਨਾ ਆ ਗਿਆ 5 ਵੀ ਆਪਣੇ ਕੋਲੇ ਆ ਕ੍ਰਾਸ ਮਲਟੀਪਲਾਈ 5 ਦਾ 25 5 25 6 ਨੂੰ ਆਪਾਂ ਇੱਕ ਨਾਲ ਗੁਣਾ ਕੀਤੀ -6 ਆ ਗਏ ਤਾਂ 25 ਚੋਂ 6 ਮਾਈਨਸ ਕਰ ਦੋ 25 ਚੋਂ 6 ਘਟਾਏ ਤਾਂ 19 ਜਿਹਨੂੰ ਆਪਾਂ ਕਹਿੰਦੇ ਆ ਓਵਰ 5 ਹੁਣ ਤੁਸੀਂ ਦੂਜਾ ਆਨਸਰ ਵੀ ਮਿਲਾ ਕੇ ਦੇਖੋ ਆਪਣੇ ਕੋਲੇ ਜਿਹੜਾ ਆਪਣੇ ਕੋਲੇ x ਦੀ ਉਦੋਂ ਕੀਮਤ ਆਈ ਸੀ ਉਹ ਆਈ ਸੀ 19/5 ਆਈ ਸੀ ਯਾਨੀ ਕਿ 19/5 ਤਾਂ ਕਹਿਣ ਤੋਂ ਭਾਵ ਇਹ ਆ ਕਿ ਤੁਸੀਂ ਜਿਹੜਾ ਵੀ ਮਰਜ਼ੀ ਮੈਥਡ ਆਪਾਂ ਯੂਜ਼ ਕਰੀਏ ਆਪਣੇ ਕੋਲੇ ਜਿਹੜੇ ਆਨਸਰ ਹੈਗੇ ਆ ਉਹ ਸੇਮ ਆਣਗੇ ਠੀਕ ਹੈ ਜੀ ਪਰ ਇੱਕ ਗੱਲ ਦਾ ਆਪਾਂ ਪੇਪਰਾਂ 'ਚ ਖਾਸ ਆਪਾਂ ਧਿਆਨ ਰੱਖਣਾ ਕਿ ਜੇਕਰ ਆਪਾਂ ਨੂੰ ਕੋਈ ਜਿਹੜਾ ਮੈਥਡ ਦੇ ਵਿੱਚ ਆਪਾਂ ਨੂੰ ਸਵਾਲ ਉਹਨਾਂ ਨੇ ਕਹਿਤਾ ਕਿ ਜੇ ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਵਿਲੋਪਨ ਵਿਧੀ ਰਾਹੀਂ ਕਰੋ ਤਾਂ ਆਪਾਂ ਵਿਲੋਪਨ ਵਿਧੀ ਰਾਹੀਂ ਕਰਨਾ ਹੈ ਜਾਂ ਜਿਹਨੂੰ ਐਲੀਮੀਨੇਸ਼ਨ ਮੈਥਡ ਵੀ ਕਹਿ ਦਿੰਦੇ ਆਪਾਂ ਜੇ ਉਹਨਾਂ ਨੇ ਕਿਹਾ ਵੀ ਤੁਸੀਂ ਪ੍ਰਤੀਸਥਾਪਨ ਵਿਧੀ ਰਾਹੀਂ ਕਰਨਾ ਹੈ ਠੀਕ ਹੈ ਤਾਂ ਆਪਾਂ ਪ੍ਰਤੀਸਥਾਪਨ ਵਿਧੀ ਜਿਹਨੂੰ ਆਪਾਂ ਕਹਿੰਦੇ ਵੀ ਸਬਸਟੀਟਿਊਸ਼ਨ ਮੈਥਡ ਆਪਾਂ ਉਹੀ ਮੈਥਡ ਆਪਾਂ ਲਗਾਉਣਾ ਇਹ ਨਾ ਹੋਵੇ ਕਿ ਮੈਥਡ ਆਪਾਂ ਨੂੰ ਕੋਈ ਹੋਰ ਕਿਹਾ ਹੋਵੇ ਆਪਾਂ ਅਪਲਾਈ ਹੋਰ ਕਰ ਦਈਏ ਹਾਂ ਅਦਰਵਾਈਜ਼ ਜੇ ਆਪਾਂ ਨੂੰ ਕੁਝ ਵੀ ਨਹੀਂ ਕਿਹਾ ਗਿਆ ਸਿੱਧਾ ਹੀ ਕਹਿ ਦਿੱਤਾ ਕਿ ਇਹਨੂੰ ਆਪਾਂ ਹੱਲ ਕੀਤਾ ਜਾਵੇ ਸਮੀਕਰਨਾਂ ਨੂੰ ਹੱਲ ਕੀਤਾ ਜਾਵੇ ਫਿਰ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਮੈਥਡ ਯੂਜ਼ ਕਰਦੇ ਆ ਤੁਹਾਨੂੰ ਜਿਹੜਾ ਵਧੀਆ ਲੱਗਦਾ ਜਿਹੜੇ ਤਰੀਕੇ ਨਾਲ ਤੁਸੀਂ ਸੌਖੇ ਤਰੀਕੇ ਨਾਲ ਉਹਨੂੰ ਆਨਸਰ ਨੂੰ ਕੱਢ ਦਿਓਗੇ ਤੁਸੀਂ ਉਹ ਮੈਥਡ ਉਹਦਾ ਆਪਾਂ ਯੂਜ਼ ਕਰ ਲੈਣਾ ਆਪਾਂ ਠੀਕ ਹੈ ਇਹ ਆਪਾਂ ਖਾਸ ਆਪਾਂ ਧਿਆਨ ਰੱਖਣਾ ਠੀਕ ਹੈ ਜੀ ਤਾਂ ਇਹ ਜਿਹੜਾ ਹੈਗਾ ਇਸ ਐਕਸਰਸਾਈਜ਼ ਦੇ ਵਿੱਚੋਂ ਆਪਾਂ ਇਹੀ ਸਮ ਆਪਾਂ ਕਰਨਾ ਹੈਗਾ ਇਹਦੇ ਨਾਲ ਦੇ ਜਿਹੜੇ ਤੁਸੀਂ ਲਗਭਗ ਤੁਸੀਂ ਕਰ ਲਿਓ ਸਮ ਔਰ ਇਹ ਜਿਹੜਾ ਹੈਗਾ ਸਮ ਹੈਗੇ ਬਹੁਤ ਹੀ ਇੰਪੋਰਟੈਂਟ ਹੈਗੇ ਆ ਔਰ ਪੇਪਰਾਂ 'ਚ ਤੁਹਾਡੇ ਆਉਣ ਦੇ ਬਹੁਤ ਜ਼ਿਆਦਾ ਚਾਂਸਸ ਹੈਗੇ ਆ ਠੀਕ ਹੈ ਜੀ ਆਈ ਹੋਪ ਤੁਸੀਂ ਵਧੀਆ ਤਰੀਕੇ ਦੇ ਨਾਲ ਨੰਬਰ ਲੈ ਕੇ ਪਾਸ ਹੋਵੋਗੇ